ਧੰਨਵਾਦ ਬੇਟਾ ਤੇਰੇ ਨਾਮ ਤੇ ਆਮੀਨ। ਸਭ ਭੈਣ-ਭਰਾਵਾਂ ਨੂੰ ਯਿਸੂ ਮਸੀਹ ਦੀ ਸਲਾਮ, ਗੁੱਡ ਮਾਰਨਿੰਗ, ਗੁੱਡ ਆਫਟਰਨੂਨ। ਪਿਤਾ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਹਨੇ ਸਾਨੂੰ ਫਿਰ ਅੱਜ ਦਾ ਦਿਨ, ਅੱਜ ਦਾ ਸਮਾਂ ਦਿੱਤਾ ਹੈ। ਸਾਨੂੰ ਸਭ ਭੈਣ ਭਰਾਵਾਂ ਨੂੰ ਫਿਰ ਇਕੱਠੇ ਕੀਤਾ ਹੈ ਕਿ ਅਸੀਂ ਪ੍ਰਭੂ ਦਾ ਧੰਨਵਾਦ ਕਰੀਏ, ਪ੍ਰਭੂ ਦੇ ਪਿੱਤਰ ਚਰਨ ਚੜ੍ਹ ਕੇ ਦੁਆਵਾਂ ਕਰੀਏ, ਬੇਨਤੀਆਂ ਕਰੀਏ, ਪ੍ਰਾਰਥਨਾ ਕਰੀਏ ਕਿ ਪ੍ਰਭੂ ਯਿਸੂ ਸਾਨੂੰ ਸਭ ਭੈਣ ਭਰਾਵਾਂ ਨੂੰ ਪਵਿੱਤਰ ਆਤਮਾ ਦੀ ਸ਼ਕਤੀ ਦੇਵੇ ਕਿ ਅਸੀਂ ਪ੍ਰਭੂ ਦੇ ਵਚਨਾਂ ਨੂੰ ਪੜ੍ਹੀਏ, ਸੁਣੀਏ ਅਤੇ ਸਮਝ ਸਕੀਏ। ਮੇਰੇ ਭੈਣ ਭਰਾਵੋ, ਅਸੀਂ ਅੱਜ ਪਵਿੱਤਰ ਬਾਈਬਲ 'ਚੋਂ ਚੇਲਿਆਂ ਦੇ ਕਰਤੱਵ ਚੈਪਟਰ 16, 11 ਤੋਂ 15 ਐਤਾਂ ਵਿੱਚ ਜੋ ਵੀ ਵਚਨ ਲਿਖੇ ਹਨ ਉਹਨਾਂ ਵਚਨਾਂ ਨੂੰ ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ। ਐਕਟਸ ਚੈਪਟਰ 16 verses 11 till 15. Lydia of Philippi believes in Jesus. ਫਿਲਿੱਪੀਆ ਵਿੱਚ ਲੁਦੀਆ ਦੀ ਨਿਸ਼ਚਾ ਬਦਲੀ। ਮੇਰੇ ਭੈਣ ਭਰਾਵੋ, ਇਹਨਾਂ ਵਚਨਾਂ ਵਿੱਚ ਦੱਸਿਆ ਗਿਆ ਕਿ ਜਦੋਂ ਪੌਲੁਸ ਆਪਣੇ ਸਾਥੀਆਂ ਸਲਾਸ ਨਾਲ ਮਕਦੂਨੀਆ ਦੇ ਸ਼ਹਿਰ ਫਿਲਿੱਪੀ ਵਿੱਚ ਪਹੁੰਚੇ, ਜਿਹੜਾ ਅੱਜ ਦੇ ਸਮੇਂ ਨਾਰਥਰਨ ਗ੍ਰੀਸ ਅਤੇ ਉੱਤਰੀ ਗ੍ਰੀਸ ਵਿੱਚ ਹੈ। ਉਹਨਾਂ ਨੇ ਸਬਤ ਦੇ ਦਿਨ ਸ਼ਹਿਰ ਦੇ ਬਾਹਰ ਨਦੀ ਦੇ ਕੰਢੇ ਉੱਤੇ ਇਕੱਠੀਆਂ ਹੋਈਆਂ ਕੁਝ ਔਰਤਾਂ ਨਾਲ ਪਰਮੇਸ਼ਰ ਦੇ ਸ਼ੁਭ ਸਮਾਚਾਰ, ਪਰਮੇਸ਼ਰ ਦੇ ਵਚਨਾਂ ਬਾਰੇ ਗੱਲਬਾਤ ਕਰਨ ਲੱਗ ਪਏ। ਉਹਨਾਂ ਔਰਤਾਂ ਵਿੱਚ ਇੱਕ ਲੁਦੀਆ ਨਾਂ ਦੀ ਔਰਤ ਸੀ ਜਿਹੜੀ ਵੈਂਗਣੀ ਰੰਗ ਦੇ ਕੱਪੜੇ ਵੇਚਦੀ ਹੁੰਦੀ ਸੀ। ਦੱਸਿਆ ਜਾਂਦਾ ਕਿ ਵੈਂਗਣੀ ਰੰਗ ਦੇ ਕੱਪੜੇ ਬਹੁਤ ਮਹਿੰਗੇ ਹੁੰਦੇ ਸਨ। ਉਹ ਔਰਤ ਪਰਮੇਸ਼ਰ ਵਿੱਚ ਵਿਸ਼ਵਾਸ ਰੱਖਣ ਵਾਲੀ ਸੀ। ਉਸ ਸਾਊਲ ਦੇ ਵਚਨ ਮਨ ਲਗਾ ਕੇ ਸੁਣ ਰਹੀ ਸੀ। ਪਰਮੇਸ਼ਰ ਦੇ ਪਵਿੱਤਰ ਆਤਮਾ ਨੇ ਲੁਦੀਆ ਨਾਂ ਦੀ ਔਰਤ ਦੇ ਮਨ ਨੂੰ ਖੋਲ੍ਹ ਦਿੱਤਾ ਕਿ ਉਹ ਪੌਲੁਸ ਦੇ ਵਚਨਾਂ ਨੂੰ ਧਿਆਨ ਨਾਲ ਸੁਣੇ। ਇਸ ਤਰ੍ਹਾਂ ਪ੍ਰਭੂ ਦਾ ਵਚਨ ਫੈਲਦਾ ਗਿਆ। ਬਹੁਤ ਸਾਰੇ ਲੋਕਾਂ ਨੇ ਚੇਲਿਆਂ ਦੇ ਉੱਪਰ ਵਿਸ਼ਵਾਸ ਕਰਕੇ ਪ੍ਰਭੂ ਯਿਸੂ ਵਿੱਚ ਆ ਮਿਲੇ ਅਤੇ ਪ੍ਰਭੂ ਦਾ ਨਾਮ ਸਭ ਪਾਸੇ ਫੈਲ ਗਿਆ। ਪ੍ਰਭੂ ਦਾ ਵਚਨ, ਪਰਮੇਸ਼ਰ ਦਾ ਸ਼ੁਭ ਸਮਾਚਾਰ ਸਭ ਲੋਕਾਂ ਨੂੰ ਪਤਾ ਚੱਲ ਗਿਆ। ਪਰਮੇਸ਼ਰ ਦਾ ਵਚਨ ਫੈਲਦਾ ਗਿਆ। ਬਹੁਤ ਲੋਕ ਪਰਮੇਸ਼ਰ ਵਿੱਚ ਵਿਸ਼ਵਾਸ ਕਰਕੇ ਆ ਮਿਲੇ। ਮੇਰੇ ਭੈਣ ਭਰਾਵੋ, ਇਸੇ ਤਰ੍ਹਾਂ ਹੀ ਪ੍ਰਭੂ ਪਿਤਾ ਪਰਮੇਸ਼ਰ ਦਾ ਪਵਿੱਤਰ ਆਤਮਾ ਸਾਡੀ ਵੀ ਅਗਵਾਈ ਕਰਦਾ ਹੈ। ਸਾਨੂੰ ਸਭ ਨੂੰ ਅਕਲ, ਬੁੱਧ, ਗਿਆਨ ਦਿੰਦਾ ਹੈ ਕਿ ਅਸੀਂ ਪਰਮੇਸ਼ਰ ਦੇ ਵਚਨਾਂ ਨੂੰ ਪੜ੍ਹੀਏ, ਸੁਣੀਏ ਅਤੇ ਸਮਝ ਸਕੀਏ, ਕਿਉਂਕਿ ਕੋਈ ਵੀ ਪਰਮੇਸ਼ਰ ਦੇ ਵਚਨਾਂ ਨੂੰ ਪਵਿੱਤਰ ਆਤਮਾ ਦੀ ਸ਼ਕਤੀ ਤੋਂ ਬਿਨਾਂ ਸਮਝ ਨਹੀਂ ਸਕਦਾ। ਪ੍ਰਭੂ ਅੱਗੇ ਪ੍ਰਾਰਥਨਾ ਕਰਦੇ ਹਾਂ ਕਿ ਪ੍ਰਭੂ ਸਾਨੂੰ ਸਭ ਭੈਣ ਭਰਾਵਾਂ ਨੂੰ ਪਵਿੱਤਰ ਆਤਮਾ ਦਾ ਵਰਦਾਨ ਦੇਵੇ ਅਤੇ ਮਾਫ ਕਰਕੇ ਸਾਨੂੰ ਸਭ ਨੂੰ ਸਵਰਗ ਰਾਜ ਦੇ ਭਾਗੀ ਬਣਾਵੇ। ਆਮੀਨ, ਹਾਲੇਲੂਇਆ। ਥੈਂਕ ਯੂ ਪ੍ਰਭੂ ਜੀ, ਥੈਂਕ ਯੂ ਜੀਸਸ। ਧੰਨਵਾਦ ਪ੍ਰਭੂ ਯਿਸੂ ਜੀ। ਮੇਰੇ ਭੈਣ ਭਰਾਵੋ, ਅਸੀਂ ਪਵਿੱਤਰ ਬਾਈਬਲ 'ਚੋਂ ਸੰਤ ਯਹੂਨਾ ਦੀ ਇੰਜੀਲ ਚੈਪਟਰ 15, 26 ਅਤੇ 27 ਐਤਾਂ ਪੜ੍ਹਾਂਗੇ। ਉਸ ਤੋਂ ਬਾਅਦ ਸੰਤ ਯਹੂਨਾ ਦੀ ਇੰਜੀਲ ਚੈਪਟਰ 16, 1 ਤੋਂ 4 ਐਤਾਂ। St. John chapter 15 verses 26 and 27. St. John chapter 16 verses 1 till 4. Jesus says, I will send you the advocate, the Spirit of truth. ਪ੍ਰਭੂ ਯਿਸੂ ਕਹਿੰਦੇ, ਮੈਂ ਤੁਹਾਡੇ ਕੋਲ ਮਦਦਗਾਰ ਭੇਜਾਂਗਾ ਜੋ ਸੱਚ ਦਾ ਆਤਮਾ ਹੈ, ਸੱਚਾਈ ਦਾ ਆਤਮਾ ਹੈ, ਜਿਹਨੂੰ ਅਸੀਂ ਪਵਿੱਤਰ ਆਤਮਾ ਵੀ ਕਹਿੰਦੇ ਹਾਂ। ਕੁਝ ਲੋਕ ਪਵਿੱਤਰ ਆਤਮਾ ਦੇ ਬਾਰੇ ਜਾਣਦੇ ਹਨ, ਕੁਝ ਲੋਕ ਜੋ ਪਵਿੱਤਰ ਬਾਈਬਲ ਨਹੀਂ ਪੜ੍ਹਦੇ ਉਹਨਾਂ ਨੂੰ ਨਹੀਂ ਪਤਾ। ਮੇਰਾ ਉਹਨਾਂ ਭੈਣ ਭਰਾਵਾਂ ਨੂੰ ਦੱਸਣਾ ਹੈ ਕਿ ਜਿਹੜੇ ਪਵਿੱਤਰ ਬਾਈਬਲ ਬਾਰੇ ਨਹੀਂ ਜਾਣਦੇ, ਕਿਉਂਕਿ ਕੁਝ ਲੋਕ ਮੈਸੇਜ ਭੇਜਦੇ ਹਨ ਕਿ ਉਹਨਾਂ ਨੂੰ ਅਜੇ ਪਵਿੱਤਰ ਬਾਈਬਲ ਦੇ ਬਾਰੇ ਨਹੀਂ ਪਤਾ। ਜੋ ਅਸੀਂ ਹਾਲੇਲੂਇਆ ਬੋਲਦੇ ਹਾਂ, ਉਹ ਆਮੀਨ ਬੋਲਦੇ ਹਾਂ,
ਜਾਂ ਪਵਿੱਤਰ ਆਤਮਾ ਦਾ ਨਹੀਂ ਪਤਾ। ਪਵਿੱਤਰ ਆਤਮਾ ਜਿਹੜਾ ਪ੍ਰਭੂ ਯਿਸੂ ਮਸੀਹ ਨੇ ਆਪਣੇ ਚੇਲਿਆਂ ਨੂੰ ਕਿਹਾ, ਮੈਂ ਉੱਪਰ ਜਾ ਕੇ ਆਪਣੇ ਪਿਤਾ ਦੇ ਕੋਲ ਜਾਵਾਂਗਾ ਅਤੇ ਤੁਹਾਡੇ ਲਈ ਮਦਦਗਾਰ ਭੇਜਾਂਗਾ। ਇਹ ਹੈਗੀ ਪਰਮੇਸ਼ਰ ਦੀ ਸ਼ਕਤੀ। ਪਵਿੱਤਰ ਆਤਮਾ ਪਰਮੇਸ਼ਰ ਦੀ ਸ਼ਕਤੀ, ਮਦਦਗਾਰ। ਆਮੀਨ ਅਸੀਂ ਬੋਲਦੇ ਹਾਂ ਜਦੋਂ ਸਾਰੇ ਵਚਨ ਬੋਲ ਕੇ ਗੱਲਬਾਤ ਕਰਕੇ ਉਸ ਤੋਂ ਬਾਅਦ ਆਮੀਨ ਕਹਿਣ ਦਾ ਭਾਵ ਵੀ ਜਿਸ ਤਰ੍ਹਾਂ ਬੋਲਿਆ ਗਿਆ ਹੈ, ਜਿਸ ਤਰ੍ਹਾਂ ਦੱਸਿਆ ਗਿਆ, ਕਿਹਾ ਗਿਆ ਹੈ, ਉਹ ਠੀਕ ਹੈ। ਹਾਲੇਲੂਇਆ। ਅਸੀਂ ਪ੍ਰੇਜ਼ ਕਰਦੇ ਹਾਂ, ਪਰਮੇਸ਼ਰ ਦੀ ਮਹਿਮਾ ਵਡਿਆਈ ਕਰਦੇ ਹਾਂ। ਜਿਸ ਤਰ੍ਹਾਂ ਸਵਰਗਾਂ ਵਿੱਚ ਪਿਤਾ ਪਰਮੇਸ਼ਰ ਦੇ ਤਖ਼ਤ ਦੇ ਇਰਦ ਗਿਰਦ ਜੋ ਸੰਤ ਲੋਕ ਬੈਠੇ ਹਨ, ਦਿਨ ਰਾਤ ਪਿਤਾ ਪਰਮੇਸ਼ਰ ਦੀ ਬੰਦਗੀ ਕਰਦੇ ਹਨ, ਆਰਾਧਨਾ ਕਰਦੇ ਹਨ, ਅਤੇ ਉਹ ਹਾਲੇਲੂਇਆ ਬੋਲਦੇ ਹਨ, ਉਹ ਪ੍ਰੇਜ਼ ਕਰਦੇ ਹਨ, ਮਹਿਮਾ ਕਰਦੇ ਹਨ, ਵਡਿਆਈ ਕਰਦੇ ਹਨ। ਇਸ ਕਰਕੇ ਅਸੀਂ ਹਾਲੇਲੂਇਆ ਪ੍ਰੇਜ਼ ਦਾ ਲੋਰਡ ਕਹਿੰਦੇ ਹਾਂ, ਵਡਿਆਈ ਕਰਦੇ ਹਾਂ ਪਿਤਾ ਪਰਮੇਸ਼ਰ ਦੀ। ਅਸੀਂ ਹੁਣ ਵਚਨ ਪੜ੍ਹਾਂਗੇ। ਪ੍ਰਭੂ ਯਿਸੂ ਕਹਿੰਦੇ ਹਨ, ਪਰ ਜਦੋਂ ਮਦਦਗਾਰ ਆਏਗਾ ਜਿਸ ਨੂੰ ਮੈਂ ਪਿਤਾ ਦੇ ਕੋਲੋਂ ਤੁਹਾਡੇ ਕੋਲ ਘੱਲਾਂਗਾ, ਅਰਥਾਤ ਸੱਚ ਦਾ ਆਤਮਾ ਜੋ ਪਿਤਾ ਤੋਂ ਨਿਕਲਦਾ ਹੈ, ਮੇਰੇ ਬਾਰੇ ਗਵਾਹੀ ਦੇਵੇਗਾ। ਤੁਸੀਂ ਵੀ ਮੇਰੀ ਗਵਾਹੀ ਦੇਵੋਗੇ ਕਿਉਂਕਿ ਤੁਸੀਂ ਮੇਰੇ ਨਾਲ ਸ਼ੁਰੂ ਤੋਂ ਹੋ। ਚੈਪਟਰ 16 1 ਤੋਂ 4। ਮੈਂ ਤੁਹਾਨੂੰ ਇਹ ਇਸ ਲਈ ਦੱਸ ਦਿੱਤਾ ਹੈ ਕਿ ਤੁਸੀਂ ਠੋਕਰ ਨਾ ਖਾਓ। ਉਹ ਤੁਹਾਨੂੰ ਪ੍ਰਾਰਥਨਾ ਘਰਾਂ ਵਿੱਚੋਂ ਛੇਕ ਦੇਣਗੇ, ਇੱਥੋਂ ਤੱਕ ਕਿ ਤੁਹਾਨੂੰ ਕਤਲ ਕਰਨ ਵਾਲਾ ਸੋਚੇਗਾ, ਸਮਝੇਗਾ ਕਿ ਉਹ ਪਰਮੇਸ਼ਰ ਦੀ ਸੇਵਾ ਕਰ ਰਿਹਾ ਹੈ। ਇਹ ਕੰਮ ਉਹ ਇਸ ਲਈ ਕਰਨਗੇ ਕਿ ਨਾ ਤਾਂ ਉਹਨਾਂ ਪਿਤਾ ਨੂੰ ਪਛਾਣਿਆ ਹੈ ਅਤੇ ਨਾ ਹੀ ਮੈਨੂੰ। ਮੈਂ ਇਹ ਗੱਲਾਂ ਇਸ ਲਈ ਤੁਹਾਨੂੰ ਕਹੀਆਂ ਹਨ ਕਿ ਜਦੋਂ ਇਹਨਾਂ ਦਾ ਵੇਲਾ ਆਏ ਤਾਂ ਤੁਹਾਨੂੰ ਯਾਦ ਰਹੇ ਕਿ ਮੈਂ ਤੁਹਾਨੂੰ ਇਹਨਾਂ ਬਾਰੇ ਦੱਸ ਦਿੱਤਾ ਹੈ। ਆਮੀਨ। ਇਹ ਪ੍ਰਭੂ ਦਾ ਵਚਨ ਹੈ। ਪੜ੍ਹਨਾ ਅਤੇ ਸੁਣਨ ਵਾਲੇ ਸਭ ਭੈਣਾਂ ਭਰਾਵਾਂ ਨੂੰ ਪ੍ਰਭੂ ਯਿਸੂ ਆਸ਼ੀਸ਼ ਬਰਕਤ ਦੇਵੇ। ਮੇਰੇ ਭੈਣ ਭਰਾਵੋ, ਪ੍ਰਭੂ ਯਿਸੂ ਮਸੀਹ ਸਾਨੂੰ ਫਿਰ ਉਮੀਦ ਅਤੇ ਭਰੋਸਾ ਦਿਵਾਉਂਦੇ ਹਨ ਕਿ ਪਵਿੱਤਰ ਆਤਮਾ ਮਦਦਗਾਰ ਉਸ ਨਫ਼ਰਤ ਅਤੇ ਬੁਰਾਈ ਨੂੰ ਸਹਿਣ ਕਰਨ ਲਈ ਤਾਕਤ ਦਿੰਦਾ ਹੈ, ਜਿਹੜੀ ਸਾਡੇ ਇਸ ਸੰਸਾਰ ਵਿੱਚ ਪਰਮੇਸ਼ਰ ਦੇ ਵਿਸ਼ਵਾਸੀ ਲੋਕਾਂ ਨਾਲ ਕੀਤੀ ਜਾਂਦੀ ਹੈ। ਖਾਸ ਕਰਕੇ ਉਹਨਾਂ ਲੋਕਾਂ ਨੂੰ ਪਵਿੱਤਰ ਆਤਮਾ ਹੌਸਲਾ ਦਿੰਦਾ ਹੈ, ਹਰ ਕੰਮ ਵਿੱਚ ਅਗਵਾਈ ਕਰਦਾ ਹੈ, ਮਦਦ ਕਰਦਾ ਹੈ, ਤਾਕਤ ਦਿੰਦਾ ਹੈ, ਜਿਨ੍ਹਾਂ ਉੱਪਰ ਪ੍ਰਭੂ ਯਿਸੂ ਮਸੀਹ ਦੇ ਨਾਮ ਦੀ ਖਾਤਰ ਜ਼ੁਲਮ ਅਤਿਆਚਾਰ ਹੁੰਦੇ ਹਨ। ਪਵਿੱਤਰ ਆਤਮਾ ਰਾਹੀਂ ਸਾਨੂੰ ਅੱਗੇ ਹੋਣ ਵਾਲੀਆਂ ਗੱਲਾਂ ਦਾ ਪਤਾ ਲੱਗਦਾ ਹੈ ਔਰ ਪਵਿੱਤਰ ਆਤਮਾ ਸਾਨੂੰ ਸਭ ਗੱਲਾਂ ਸਮਝਾਉਂਦਾ ਹੈ। ਇਹ ਪਿਤਾ ਪਰਮੇਸ਼ਰ ਤੋਂ ਪਵਿੱਤਰ ਆਤਮਾ ਨਿਕਲਦਾ ਹੈ ਅਤੇ ਪ੍ਰਭੂ ਯਿਸੂ ਮਸੀਹ ਬਾਰੇ ਵੀ ਗਵਾਹੀ ਦਿੰਦਾ ਹੈ। ਅਸੀਂ ਵੀ ਪ੍ਰਭੂ ਯਿਸੂ ਦੇ ਗਵਾਹ ਹਾਂ ਕਿ ਉਸਨੇ ਸਾਡਾ ਪਿਤਾ ਪਰਮੇਸ਼ਰ ਨਾਲ ਮੇਲ ਕਰਵਾਇਆ ਹੈ। ਸੱਤ ਦੇ ਆਤਮਾ ਰਾਹੀਂ ਅਸੀਂ ਪ੍ਰਭੂ ਯਿਸੂ ਉੱਪਰ ਵਿਸ਼ਵਾਸ ਕੀਤਾ ਹੈ। ਪ੍ਰਭੂ ਯਿਸੂ ਹੀ ਰਾਹ ਹੈ, ਸੱਤ ਹੈ ਅਤੇ ਜੀਵਨ ਹੈ। ਮੇਰੇ ਭੈਣ ਭਰਾਵੋ, ਪ੍ਰਭੂ ਯਿਸੂ ਮਸੀਹ ਨੇ ਆਪਣੇ ਚੇਲਿਆਂ ਨੂੰ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਤੁਹਾਡੇ ਉੱਪਰ ਜ਼ੁਲਮ ਹੋਣਗੇ, ਤੁਹਾਨੂੰ ਤਸੀਹੇ ਦਿੱਤੇ ਜਾਣਗੇ, ਇੱਥੋਂ ਤੱਕ ਕਿ ਤੁਹਾਨੂੰ ਸੰਸਾਰ ਦੇ ਲੋਕ ਕਤਲ ਵੀ ਕਰਨਗੇ। ਪ੍ਰਭੂ ਯਿਸੂ ਕਹਿੰਦੇ ਤੁਹਾਨੂੰ ਇਕੱਲਿਆਂ ਨਹੀਂ ਛੱਡਿਆ ਜਾਵੇਗਾ, ਪਰਮੇਸ਼ਰ ਦਾ ਪਵਿੱਤਰ ਆਤਮਾ ਤੁਹਾਡੀ ਮਦਦ ਲਈ ਆਵੇਗਾ। ਪ੍ਰਭੂ ਯਿਸੂ ਪਹਿਲਾਂ ਹੀ ਜਾਣਦੇ ਸਨ ਕਿ ਉਸ ਤੋਂ ਬਾਅਦ ਚੇਲਿਆਂ ਦੇ ਨਾਲ ਕੀ ਹੋਏਗਾ। ਪ੍ਰਭੂ ਯਿਸੂ ਆਪਣੇ ਚੇਲਿਆਂ ਦੇ ਵਿਸ਼ਵਾਸ ਨੂੰ ਨਸ਼ਟ ਹੋਣ ਦੇਣਾ ਨਹੀਂ ਚਾਹੁੰਦੇ ਸਨ। ਪ੍ਰਭੂ ਯਿਸੂ ਆਪਣੇ ਚੇਲਿਆਂ ਦਾ ਬਹੁਤ ਧਿਆਨ ਦਿੰਦੇ ਸਨ, ਬਹੁਤ ਖਿਆਲ ਰੱਖਦੇ ਸਨ, ਪਿਆਰ ਕਰਦੇ ਸਨ। ਪਰਮੇਸ਼ਰ ਸਾਨੂੰ ਦੱਸਣਾ ਚਾਹੁੰਦਾ ਕਿ ਤੁਸੀਂ ਇਕੱਲੇ ਨਹੀਂ ਹੋ। ਮੇਰੇ ਭੈਣ ਭਰਾਵੋ, ਸਾਡੇ ਕੋਲ ਪਰਮੇਸ਼ਰ ਦਾ ਪਵਿੱਤਰ ਆਤਮਾ ਸਾਨੂੰ ਹਰ ਮੁਸ਼ਕਿਲ ਵਿੱਚ ਸ਼ਾਂਤੀ ਦੇਵੇਗਾ, ਹੌਸਲਾ ਦੇਵੇਗਾ, ਉਹ ਸੱਚਾਈ ਦੇ ਬਾਰੇ ਸਿੱਖਿਆ ਦੇਵੇਗਾ, ਹਰ ਤਰੀਕੇ ਨਾਲ ਸਾਡੀ ਮਦਦ ਅਤੇ ਸਹਾਇਤਾ ਕਰੇਗਾ। ਕਈ ਵਾਰੀ ਪਰਮੇਸ਼ਰ ਦੇ ਵਿਸ਼ਵਾਸੀ ਲੋਕਾਂ ਉੱਪਰ
ਤਸ਼ੱਦਦ ਜ਼ੁਲਮ ਹੁੰਦੇ ਹਨ, ਜਾਂ ਲੋਕ ਪ੍ਰਭੂ ਦੇ ਪ੍ਰਚਾਰ ਕਰਨ ਵਾਲਿਆਂ ਉੱਪਰ ਅਤਿਆਚਾਰ ਕਰਦੇ ਹਨ, ਉਹਨਾਂ ਨੂੰ ਮਾਰਦੇ ਕੁੱਟਦੇ ਹਨ, ਉਹਨਾਂ ਦੇ ਪਰਿਵਾਰਾਂ ਨੂੰ ਮਾਰ ਕੁੱਟਦੇ ਹਨ, ਜਾਨੋਂ ਮਾਰ ਦਿੰਦੇ ਹਨ। ਉਹ ਲੋਕ ਆਪਣੇ ਧਰਮ ਦੇ ਉੱਪਰ ਵਿਸ਼ਵਾਸ ਕਰਕੇ ਪ੍ਰਭੂ ਯਿਸੂ ਦੇ ਵਿਸ਼ਵਾਸੀ ਚੇਲਿਆਂ ਉੱਪਰ ਮਾੜਾ ਵਰਤਾਓ ਕਰਦੇ ਹਨ, ਔਰ ਮਾੜਾ ਵਰਤਾਓ ਕਰਦੇ ਸਮੇਂ ਉਹ ਸੋਚਦੇ ਹਨ ਕਿ ਉਹ ਠੀਕ ਕੰਮ ਕਰ ਰਹੇ ਹਨ, ਰੱਬ ਦੀ ਸੇਵਾ ਕਰ ਰਹੇ ਹਨ। ਪਰ ਇਸ ਦੇ ਉਲਟ ਜੇਕਰ ਉਹ ਆਪਣੇ ਪਾਪਾਂ ਤੋਂ, ਗਲਤੀਆਂ ਤੋਂ ਮਾਫੀ ਮੰਗ ਕੇ, ਪਛਤਾਵਾ ਕਰਕੇ ਪਿਤਾ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਅੱਗੇ ਪ੍ਰਾਰਥਨਾ ਕਰਨ ਤਾਂ ਪ੍ਰਭੂ ਉਹਨਾਂ ਸਭ ਨੂੰ ਮਾਫ ਕਰਕੇ ਆਪਣੇ ਪਵਿੱਤਰ ਆਤਮਾ ਦੀ ਸ਼ਕਤੀ ਰਾਹੀਂ ਉਹਨਾਂ ਸਭ ਨੂੰ ਚੰਨ ਵਿੱਚ ਲਿਆ ਸਕਦਾ ਹੈ। ਜਿਸ ਤਰ੍ਹਾਂ ਅਸੀਂ ਜਿਹੜੇ ਪਿੱਤਰ ਬਾਈਬਲ ਪੜ੍ਹਦੇ ਹਨ ਜਾਣਦੇ ਹਾਂ ਕਿ ਪੌਲੁਸ ਪਹਿਲਾਂ ਮਸੀਹੀ ਲੋਕਾਂ ਨੂੰ ਮਾਰਦਾ ਕੁੱਟਦਾ, ਜੇਲਾਂ ਕਰਦਾ ਸੀ, ਕਤਲ ਕਰਨ ਸਮੇਂ ਉਹ ਮਹਾਂਪੁਰਖਾਂ ਦੇ ਨਾਲ ਹੁੰਦਾ ਸੀ। ਉਹ ਵੀ ਸੋਚਦਾ ਹੁੰਦਾ ਸੀ ਕਿ ਉਹ ਚੇਲਿਆਂ ਨੂੰ ਮਾਰ ਕੁੱਟ ਕੇ ਪਰਮੇਸ਼ਰ ਦਾ ਕੰਮ ਕਰਦਾ ਸੀ। ਅਸੀਂ ਇਸ ਦੇ ਬਾਰੇ ਪੜ੍ਹ ਸਕਦੇ ਹਾਂ ਐਕਟਸ ਚੈਪਟਰ 9 verses 1 and 2, Acts chapter 26 verses 9 till 11, ਚੇਲਿਆਂ ਦੇ ਕਰਤੱਵ ਚੈਪਟਰ 9 1 ਤੋਂ 2 ਆਇਤਾਂ, ਫਿਰ ਚੇਲਿਆਂ ਦੇ ਕਰਤੱਵ ਚੈਪਟਰ 26 9 ਤੋਂ 11 ਆਇਤਾਂ ਪੜ੍ਹ ਸਕਦੇ ਹਾਂ। ਮੇਰੇ ਭੈਣ ਪ੍ਰਭੂ ਯਿਸੂ ਆਪਣੇ ਵਿਸ਼ਵਾਸੀ ਚੇਲਿਆਂ ਨੂੰ ਪਵਿੱਤਰ ਆਤਮਾ ਦਾ ਵਰਦਾਨ ਦਿੰਦਾ ਹੈ। ਉਹ ਅੱਗੇ ਹੋਣ ਵਾਲੀਆਂ ਸਾਰੀਆਂ ਗੱਲਾਂ ਸਾਨੂੰ ਦੱਸਦਾ ਹੈ, ਸਾਡੀ ਸਭ ਦੀ ਮਦਦ ਕਰਦਾ ਹੈ। ਪ੍ਰਭੂ ਯਿਸੂ ਪਿਤਾ ਪਰਮੇਸ਼ਰ ਦੇ ਵਚਨਾਂ ਨੂੰ ਮੇਰੇ ਭੈਣ ਭਰਾ ਪੜ੍ਹਦੇ ਰਹੋ, ਸੁਣਦੇ ਰਹੋ, ਪ੍ਰਾਰਥਨਾ ਕਰਦੇ ਰਹੋ। ਪ੍ਰਭੂ ਪਰਮੇਸ਼ਰ ਆਪ ਸਾਰਿਆਂ ਨੂੰ ਤੇ ਮੈਨੂੰ ਵੀ ਮਾਫ ਕਰਕੇ ਸਵਰਗਾਂ ਦੀ ਸੰਤਾਨ ਬਣਾਵੇ। ਹਾਲੇਲੂਇਆ, ਆਮੀਨ। ਥੈਂਕ ਯੂ ਪ੍ਰਭੂ ਜੀ, ਥੈਂਕ ਯੂ ਜੀਸਸ, ਥੈਂਕ ਯੂ ਪਿਤਾ ਪਰਮੇਸ਼ਰ, ਥੈਂਕ ਯੂ ਪ੍ਰਭੂ ਯਿਸੂ ਜੀ। ਆਪ ਦਾ ਬਾਰ-ਬਾਰ ਧੰਨਵਾਦ ਕਰਦੇ, ਸ਼ੁਕਰ ਕਰਦੇ ਹਾਂ ਅੱਜ ਦੇ ਵਕਤ, ਅੱਜ ਦੇ ਸਮੇਂ ਲਈ ਜੋ ਤੁਸੀਂ ਅੱਜ ਦਾ ਦਿਨ ਦਿੱਤਾ, ਅੱਜ ਦਾ ਸਮਾਂ ਦਿੱਤਾ ਹੈ, ਅੱਜ ਦੇ ਵਚਨ ਦਿੱਤੇ ਹਨ। ਪ੍ਰਭੂ ਜੀ ਅਸੀਂ ਯਕੀਨ ਕਰਦੇ ਹਾਂ, ਵਿਸ਼ਵਾਸ ਕਰਦੇ ਹਾਂ ਕਿ ਤੁਸੀਂ ਪ੍ਰਭੂ, ਤੁਸੀਂ ਪਰਮੇਸ਼ਰ ਹੋ, ਤੁਸੀਂ ਰਾਹ, ਸੱਚ ਅਤੇ ਜੀਵਨ ਹੋ, ਮੁਕਤੀ ਦਾਤਾ ਹੋ। ਥੈਂਕ ਯੂ ਪ੍ਰਭੂ ਜੀ, ਥੈਂਕ ਯੂ ਜੀਸਸ। ਤੁਸੀਂ ਉਹਨਾਂ ਸਭ ਵਿਸ਼ਵਾਸੀ ਭੈਣ ਭਰਾਵਾਂ ਨੂੰ ਪਵਿੱਤਰ ਆਤਮਾ ਦਾ ਵਰਦਾਨ ਦਿੰਦੇ ਹੋ, ਪਵਿੱਤਰ ਆਤਮਾ ਦੀ ਸ਼ਕਤੀ ਦਿੰਦੇ ਹੋ, ਜੋ ਸਾਡੀ ਮਦਦ ਕਰਦਾ ਹੈ, ਆਉਣ ਵਾਲੀਆਂ ਗੱਲਾਂ ਸਾਨੂੰ ਦੱਸਦਾ ਹੈ। ਪਵਿੱਤਰ ਵਚਨ ਪੜ੍ਹਨ ਸਮੇਂ ਸਾਨੂੰ ਅਕਲ, ਬੁੱਧੀ, ਗਿਆਨ ਦਿੰਦਾ ਹੈ। ਪ੍ਰਭੂ ਜੀ ਅਸੀਂ ਆਪ ਦਾ ਬਾਰ-ਬਾਰ ਧੰਨਵਾਦ ਕਰਦੇ ਹਾਂ, ਸ਼ੁਕਰ ਕਰਦੇ ਹਾਂ ਕਿ ਤੁਸੀਂ ਸਾਡਾ ਆਦੇ ਪਿਤਾ ਪਰਮੇਸ਼ਰ ਦੇ ਨਾਲ ਮੇਲ ਕਰਾਇਆ। ਥੈਂਕ ਯੂ ਪ੍ਰਭੂ ਜੀ, ਥੈਂਕ ਯੂ ਜੀਸਸ, ਥੈਂਕ ਯੂ ਜੀਸਸ। ਹਾਲੇਲੂਇਆ, ਹਾਲੇਲੂਇਆ, ਥੈਂਕ ਯੂ ਪ੍ਰਭੂ ਜੀ, ਥੈਂਕ ਯੂ ਜੀਸਸ, ਥੈਂਕ ਯੂ ਜੀਸਸ। ਜਿੰਨੇ ਵੀ ਸਾਡੇ ਭੈਣ ਭਰਾ ਆਪ ਦਾ ਵਚਨ ਪੜ੍ਹ ਰਿਹਾ, ਸੁਣ ਰਿਹਾ, ਆਪਦੇ ਅੱਗੇ ਦੁਆਵਾਂ ਕਰ ਰਿਹਾ, ਪ੍ਰਾਰਥਨਾ ਕਰ ਰਿਹਾ, ਭਾਈ ਯਿਸੂ ਜੀ ਉਹਨਾਂ ਸਭ 'ਤੇ ਰਹਿਮ ਕਰਨਾ, ਦਇਆ ਕਰਨੀ, ਕਿਰਪਾ ਕਰਨੀ, ਆਪ ਦਾ ਹੱਥ ਉਹਨਾਂ ਦੇ ਸਿਰ 'ਤੇ ਰੱਖ ਕੇ ਉਹਨਾਂ ਨੂੰ ਆਸ਼ੀਰਵਾਦ ਬਰਕਤ ਦੇਣਾ ਪ੍ਰਭੂ ਜੀ। ਹਰ ਬਿਮਾਰੀ ਤੋਂ ਉਹਨਾਂ ਨੂੰ ਬਚਾ ਰੱਖਣਾ ਭਾਈ ਯਿਸੂ ਨਾਸਰੀ, ਹਰ ਸ਼ੈਤਾਨੀ ਤਾਕਤਾਂ ਤੋਂ ਉਹਨਾਂ ਨੂੰ ਬਚਾ ਰੱਖਣਾ ਭਾਈ ਯਿਸੂ ਜੀ। ਉਹਨਾਂ ਦੇ ਘਰ ਵਿੱਚ ਸ਼ਾਂਤੀ ਦੇਣਾ, ਉਹਨਾਂ ਬੱਚੇ 'ਤੇ ਰਹਿਮ ਕਰਨਾ ਭਾਈ ਯਿਸੂ ਜੀ। ਥੈਂਕ ਯੂ ਜੀਸਸ, ਹਾਲੇਲੂਇਆ, ਹਾਲੇਲੂਇਆ ਭਾਈ ਯਿਸੂ। ਥੈਂਕ ਯੂ ਜੀਸਸ, ਥੈਂਕ ਯੂ ਜੀਸਸ, ਹਾਲੇਲੂਇਆ, ਥੈਂਕ ਯੂ ਪ੍ਰਭੂ ਜੀ, ਥੈਂਕ ਯੂ ਜੀਸਸ, ਥੈਂਕ ਯੂ ਪ੍ਰਭੂ ਜੀ, ਥੈਂਕ ਯੂ ਜੀਸਸ। ਮੇਰੇ ਭੈਣ ਭਰਾਵੋ, ਮੇਰੀ ਆਪ ਦੇ ਅੱਗੇ ਬੇਨਤੀ ਹੈ, ਰਿਕੁਐਸਟ ਹੈ ਕਿ ਜੇ ਸਾਡੇ ਭੈਣ ਭਰਾ ਡਰੁੱਗ ਕਰਦੇ ਹਨ ਜਾਂ ਹੋਰ ਬੁਰੀਆਂ ਆਦਤਾਂ ਵਿੱਚ, ਉਹਨਾਂ ਦੇ ਆਪਾਂ ਪ੍ਰਾਰਥਨਾ ਕਰਨੀ ਹੈ। ਕੱਲ੍ਹ ਜਿਸ ਤਰ੍ਹਾਂ ਇੱਕ ਭਰਾ ਮਿਲਿਆ 30-35 ਸਾਲ ਦੀ ਉਮਰ, ਅਤੇ ਉਸਨੇ ਪ੍ਰਾਰਥਨਾ ਕਰਨ ਲਈ ਆਖਿਆ ਕਿਉਂਕਿ ਉਹ ਡਰੁੱਗ ਕਰਦਾ ਹੈ। ਉਹ ਕਹਿੰਦਾ ਵੀ ਮੇਰੇ ਲਈ ਪ੍ਰਾਰਥਨਾ ਕਰੋ ਕਿ ਮੇਰੇ ਕੋਲੋਂ ਇਹ ਡਰੁੱਗ ਛੁੱਟਦੀ ਨਹੀਂ, ਪਲੀਜ਼ ਮੇਰੀ ਮਦਦ ਕਰਾਓ। ਤਾਂ ਮੈਂ ਉਸ ਨੂੰ ਕਿਹਾ ਕਿ ਅਸੀਂ ਜ਼ਰੂਰ ਤੇਰੇ ਲਈ ਦੁਆ ਕਰਾਂਗੇ, ਪ੍ਰਾਰਥਨਾ ਕਰਾਂਗੇ। ਪ੍ਰਭੂ ਪਿਤਾ ਪਰਮੇਸ਼ਰ ਆਪ ਨੂੰ ਬੁਰੀ ਆਦਤ ਤੋਂ ਜ਼ਰੂਰ ਬਚਾਏਗਾ। ਇੱਕ ਭੈਣ ਨੇ ਵਿਸ਼ਵਾਸ ਕਰਕੇ ਪ੍ਰਾਰਥਨਾ ਕਰਨ ਲਈ ਆਖਿਆ ਆਪਦੇ ਡੈਡੀ ਲਈ, ਜਿਹੜਾ ਇੰਡੀਆ ਵਿੱਚ ਕਰੋਨਾ ਵਾਇਰਸ ਦੀ ਬਿਮਾਰੀ ਨਾਲ ਬਿਮਾਰ ਹੈ। ਉਹਦਾ ਨਾਮ ਮਹਿੰਦਰ ਸਿੰਘ ਹੈ। ਪਲੀਜ਼ ਤੁਸੀਂ ਆਪਣੀ ਪ੍ਰਾਰਥਨਾ ਵਿੱਚ ਇਸ ਭਰਾ ਲਈ ਜ਼ਰੂਰ ਦੁਆ ਕਰਨੀ, ਪ੍ਰਾਰਥਨਾ ਕਰਨੀ ਕਿ ਪ੍ਰਭੂ ਯਿਸੂ ਇਸ ਭਰਾ ਨੂੰ, ਜੋ ਵੀ ਉਸ ਦੇ ਵਿੱਚ ਕਰੋਨਾ ਵਾਇਰਸ ਦੀ ਬਿਮਾਰੀ ਦੇ ਜਰਮਸ ਹਨ, ਉਹਨਾਂ ਸਭ ਜਰਮਸ ਨਸ਼ਟ ਕਰ ਦੇਵੇ ਔਰ ਸਾਡੇ ਭਰਾ ਨੂੰ ਤੰਦਰੁਸਤੀ, ਚੰਗਿਆਈ ਬਖਸ਼ੇ। ਉਹ ਸਾਡੀ ਭੈਣਾਂ ਜਿਹੜੀਆਂ ਬਹੁਤ ਪਰੇਸ਼ਾਨ ਹਨ, ਘਰਾਂ ਵਿੱਚ ਬਹੁਤ ਰੋਂਦੀਆਂ ਕਲਾਉਂਦੀਆਂ ਹਨ, ਜਿਨ੍ਹਾਂ ਦੇ ਹਸਬੈਂਡ ਡਰੁੱਗ ਕਰਦੇ ਹਨ, ਉਹਨਾਂ ਸਭ ਲਈ ਦੁਆ ਕਰਨੀ, ਪ੍ਰਾਰਥਨਾ ਕਰਨੀ
ਪਲੀਜ਼, ਕਿਉਂਕਿ ਬਹੁਤ ਭੈਣਾਂ ਜਿਹੜੀਆਂ ਜਿਨ੍ਹਾਂ ਦੇ ਆਦਮੀ ਡਰੱਗ ਕਰਦੇ ਹਨ, ਪ੍ਰਾਰਥਨਾ ਕਰਨ ਲਈ ਆਖਦੀਆਂ ਹਨ। ਪਲੀਜ਼ ਉਹਨਾਂ ਸਭ ਭੈਣਾਂ ਭਰਾਵਾਂ ਲਈ ਦੁਆ ਕਰਨਾ, ਪ੍ਰਾਰਥਨਾ ਕਰਨਾ, ਭੈਣਾਂ ਲਈ ਵੀ ਦੁਆ ਕਰਨਾ, ਉਹਨਾਂ ਦੇ ਹਸਬੈਂਡ ਲਈ ਵੀ ਦੁਆ ਕਰਨਾ ਕਿ ਪ੍ਰਭੂ ਯਿਸੂ ਉਹਨਾਂ ਭੈਣਾਂ ਦੀਆਂ ਪਰੇਸ਼ਾਨੀਆਂ ਨੂੰ ਦੂਰ ਕਰੇ, ਉਹਨਾਂ ਨੂੰ ਤਸੱਲੀ, ਹੌਸਲਾ ਦੇਵੇ, ਸ਼ਾਂਤੀ ਦੇਵੇ, ਔਰ ਉਹਨਾਂ ਦੇ ਹਸਬੈਂਡ ਜੋ ਡਰੱਗ ਕਰਦੇ ਹਨ ਉਹਨਾਂ ਨੂੰ ਵੀ ਉਹਨਾਂ ਬੁਰੀਆਂ ਆਦਤਾਂ ਤੋਂ ਬਚਾਵੇ ਔਰ ਚੰਗੇ ਪਾਸੇ ਲੈ ਕੇ ਜਾਵੇ, ਚੰਗੇ ਸੋਚ ਵਿਚਾਰ ਦੇਵੇ, ਔਰ ਇਹ ਪਵਿੱਤਰ ਆਤਮਾ ਦੇ ਰਾਹੀਂ ਉਹਨਾਂ ਦੀ ਅਗਵਾਈ ਕਰਕੇ ਉਹਨਾਂ ਨੂੰ ਸਿੱਧੇ ਰਸਤੇ ਪਾਵੇ। ਆਮੀਨ, ਹਾਲੇਲੂਇਆ, ਥੈਂਕ ਯੂ ਜੀਸਸ। ਅਸੀਂ ਹੁਣ ਦੁਆ ਕਰੀਏ, ਪ੍ਰਾਰਥਨਾ ਕਰੀਏ, ਪ੍ਰਭੂ ਦੇ ਅੱਗੇ ਬੇਨਤੀਆਂ ਕਰੀਏ, ਉਸ ਦਾ ਧੰਨਵਾਦ ਕਰੀਏ। ਥੈਂਕ ਯੂ ਜੀਸਸ, ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ ਯਿਸੂ, ਥੈਂਕ ਯੂ ਜੀਸਸ, ਥੈਂਕ ਯੂ ਜੀਸਸ, ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ ਯਿਸੂ, ਥੈਂਕ ਯੂ ਪਿਤਾ ਪਰਮੇਸ਼ਰ, ਥੈਂਕ ਯੂ ਪਿਤਾ ਪਰਮੇਸ਼ਰ, ਸਭ ਸ੍ਰਿਸ਼ਟੀ ਰਚਨਹਾਰੇ, ਸਵਰਗ ਧਰਤੀ ਦੇ ਮਾਲਿਕ, ਸਰਵ ਸ਼ਕਤੀਮਾਨ ਸਾਡੇ ਮੁਕਤੀਦਾਤਾ ਯਿਸੂ ਮਸੀਹ, ਅਸੀਂ ਆਪ ਦਾ ਬਾਰ-ਬਾਰ ਧੰਨਵਾਦ ਕਰਦੇ, ਸ਼ੁਕਰ ਕਰਦੇ ਅੱਜ ਦੇ ਵਕਤ ਦੇ ਸਾਹਮਣੇ ਜੋ ਤੁਸੀਂ ਅੱਜ ਦਾ ਦਿਨ, ਅੱਜ ਦਾ ਸਮਾਂ ਦਿੱਤਾ ਹੈ, ਅੱਜ ਦੇ ਵਚਨ ਦਿੱਤੇ ਹਨ ਯਿਸੂ ਜੀ। ਥੈਂਕ ਯੂ ਪ੍ਰਭੂ ਜੀ, ਥੈਂਕ ਯੂ ਜੀਸਸ। ਅਸੀਂ ਆਪ ਦਾ ਸਭ ਭੈਣ ਭਰਾ ਮਿਲ ਕੇ ਬਹੁਤ ਬਹੁਤ ਦਿਲੋਂ ਧੰਨਵਾਦ ਕਰਦੇ ਪ੍ਰਭੂ ਯਿਸੂ, ਤੁਸੀਂ ਸਾਨੂੰ ਅੱਜ ਤੱਕ ਹਰ ਬਿਮਾਰੀ ਤੋਂ, ਹਰ ਸ਼ੈਤਾਨੀ ਤੋਂ ਬਚਾ ਕੇ ਰੱਖਿਆ, ਰਖਵਾਲੀ ਕੀਤੀ ਹੈ ਪ੍ਰਭੂ ਯਿਸੂ ਜੀ। ਥੈਂਕ ਯੂ ਜੀਸਸ, ਥੈਂਕ ਯੂ ਪਿਤਾ ਪਰਮੇਸ਼ਰ, ਥੈਂਕ ਯੂ ਜੀਸਸ, ਥੈਂਕ ਯੂ ਜੀਸਸ। ਪ੍ਰਭੂ ਯਿਸੂ ਜਿਨੇ ਵੀ ਅਸੀਂ ਭੈਣ ਭਰਾ ਆਪਣੇ ਪਾਪਾਂ ਤੋਂ ਪਛਤਾਵਾ ਕਰਕੇ, ਬੇਨਤੀ ਕਰਕੇ, ਪ੍ਰਾਰਥਨਾ ਕਰਕੇ ਆਪਦੇ ਕੋਲ ਆਉਂਦੇ ਹਾਂ ਪ੍ਰਭੂ ਯਿਸੂ ਜੀ, ਪਲੀਜ਼ ਉਹਨਾਂ ਸਭ ਤੇ ਰਹਿਮ ਕਰੋ, ਦਇਆ ਕਰੋ, ਕਿਰਪਾ ਕਰੋ ਯਿਸੂ ਜੀ। ਥੈਂਕ ਯੂ ਪ੍ਰਭੂ ਜੀ, ਥੈਂਕ ਯੂ ਜੀਸਸ, ਹਾਲੇਲੂਇਆ ਯਿਸੂ ਨਾਜ਼ੀ, ਤੇਰਾ ਨਾਮ ਪਵਿੱਤਰ, ਤੇਰਾ ਨਾਮ ਸ਼ੁੱਧ ਹੈ ਯਿਸੂ ਜੀ। ਥੈਂਕ ਯੂ ਪ੍ਰਭੂ ਜੀ, ਥੈਂਕ ਯੂ ਜੀਸਸ, ਹਾਲੇਲੂਇਆ ਯਿਸੂ ਨਾਜ਼ੀ, ਪ੍ਰਭੂ ਯਿਸੂ ਤੇਰਾ ਨਾਮ ਪਵਿੱਤਰ, ਤੇਰਾ ਨਾਮ ਸ਼ੁੱਧ ਹੈ, ਤੇਰੇ ਨਾਮ ਦੀ ਮਹਿਮਾ, ਤੇਰੇ ਨਾਮ ਦੀ ਵਡਿਆਈ ਕਰਦੇ ਹਾਂ, ਤੇਰਾ ਨਾਮ ਮਹਾਨ ਸ਼ਕਤੀਸ਼ਾਲੀ ਹੈ ਯਿਸੂ ਜੀ। ਆਦੇ ਵਚਨ ਸੱਚੇ ਪਵਿੱਤਰ ਧੰਨ ਨਾਲ ਯਿਸੂ ਜੀ। ਥੈਂਕ ਯੂ ਪ੍ਰਭੂ ਜੀ, ਥੈਂਕ ਯੂ ਜੀਸਸ, ਹਾਲੇਲੂਇਆ ਯਿਸੂ ਨਾਜ਼ੀ। ਪ੍ਰਭੂ ਯਿਸੂ ਤੁਸੀਂ ਕਿਹਾ ਕਿ ਜੇਕਰ ਤੁਸੀਂ ਮੇਰਾ ਨਾਮ ਲੈ ਕੇ ਮੇਰੇ ਤੋਂ ਕੁਝ ਵੀ ਮੰਗੋਗੇ ਤਾਂ ਮੈਂ ਉਹ ਕਰਾਂਗਾ। ਹਾਲੇਲੂਇਆ, ਹਾਲੇਲੂਇਆ ਯਿਸੂ, ਥੈਂਕ ਯੂ ਪ੍ਰਭੂ ਜੀ, ਥੈਂਕ ਯੂ ਜੀਸਸ। ਅਸੀਂ ਆਦਾ ਬਾਰ-ਬਾਰ ਧੰਨਵਾਦ ਕਰਦੇ ਹਾਂ ਵਚਨ ਦਾ ਪ੍ਰਭੂ ਯਿਸੂ ਜੀ, ਤੁਸੀਂ ਹੌਸਲਾ ਦਿੱਤਾ, ਸਾਨੂੰ ਤਸੱਲੀ ਦਿੱਤੀ ਪ੍ਰਭੂ ਯਿਸੂ ਜੀ। ਅਸੀਂ ਆਪ ਤੱਕ ਬੇਨਤੀਆਂ ਕਰਦੇ ਹਾਂ, ਅਰਦਾਸਾਂ ਕਰਦੇ ਹਾਂ ਪ੍ਰਭੂ ਯਿਸੂ ਜੀ। ਜੇ ਸਾਡੇ ਭੈਣ ਭਰਾ ਕੋਰੋਨਾ ਵਾਇਰਸ ਦੀ ਬਿਮਾਰੀ ਨਾਲ ਬਿਮਾਰ ਹੋ ਚੁੱਕੇ ਪ੍ਰਭੂ ਯਿਸੂ ਜੀ, ਪਲੀਜ਼ ਪ੍ਰਭੂ ਯਿਸੂ ਜੀ ਆਪ ਦੇ ਪਿਤਾ ਨਾਲ ਛੂ ਕੇ ਉਹਨਾਂ ਤੰਦਰੁਸਤ ਚੰਗੇ ਪ੍ਰਭੂ ਯਿਸੂ ਜੀ, ਜੋ ਵੀ ਉਹਨਾਂ ਦੇ ਸਰੀਰ ਵਿੱਚ ਕਿਸੇ ਕਿਸਮ ਦੇ ਜਰਮ ਸਨ ਪ੍ਰਭੂ ਯਿਸੂ ਜੀ, ਪ੍ਰਭੂ ਯਿਸੂ ਨਾਜ਼ੀ ਇਹ ਕੋਰੋਨਾ ਵਾਇਰਸ ਦੀ ਬਿਮਾਰੀ ਨੂੰ ਪ੍ਰਭੂ ਯਿਸੂ ਨਾਜ਼ੀ ਇਸ ਬਿਮਾਰੀ ਨੂੰ ਜਲਦੀ ਤੋਂ ਜਲਦੀ ਨਸ਼ਟ ਕਰ ਦਿਓ ਪ੍ਰਭੂ ਯਿਸੂ ਜੀ। ਥੈਂਕ ਯੂ ਪ੍ਰਭੂ ਜੀ, ਥੈਂਕ ਯੂ ਜੀ, ਹਾਲੇਲੂਇਆ ਯਿਸੂ ਨਾਜ਼ੀ। ਪ੍ਰਭੂ ਯਿਸੂ ਆਦੇ ਪਿੱਤਰ ਸ਼ਕਤੀ ਰਾਹੀਂ, ਆਦੇ ਪਿੱਤਰ ਨਾਮ ਦੇ ਰਾਹੀਂ ਪ੍ਰਭੂ ਯਿਸੂ ਅਸੀਂ ਆਪ ਦੇ ਦੁਆ ਕਰਦੇ, ਬੇਨਤੀ ਕਰਦੇ ਹਾਂ। ਜੇ ਸਾਡੇ ਭੈਣ ਭਰਾ ਕੋਰੋਨਾ ਵਾਇਰਸ ਦੀ ਬਿਮਾਰੀ ਨਾਲ ਬਿਮਾਰ ਹਨ, ਸਾਡਾ ਭਰਾ ਮਹਿੰਦਰ ਸਿੰਘ ਪ੍ਰਭੂ ਯਿਸੂ ਜੀ, ਉਸ ਦੀ ਬੇਟੀ ਨੇ ਪ੍ਰਾਰਥਨਾ ਕਰਨ ਲਈ ਆਖਿਆ, ਵਿਸ਼ਵਾਸ ਕਰਦੇ ਪ੍ਰਭੂ ਯਿਸੂ ਜੀ, ਵਿਸ਼ਵਾਸ ਕਰਕੇ ਉਸਨੇ ਪ੍ਰਾਰਥਨਾ ਕਰਨ ਲਈ ਆਖਿਆ ਪ੍ਰਭੂ ਯਿਸੂ ਜੀ। ਉਸ ਦੇ ਡੈਡੀ ਨੂੰ ਤੁਸੀਂ ਪ੍ਰਭੂ ਯਿਸੂ ਜੀ ਤੰਦਰੁਸਤੀ, ਚੰਗਿਆਈ ਦਿਓ ਪ੍ਰਭੂ ਯਿਸੂ, ਆਪਦੇ ਪਿੱਤਰ ਨਾਲ ਛੂ ਕੇ ਜੋ ਵੀ ਉਸਦੇ ਸਰੀਰ ਵਿੱਚ ਕੋਰੋਨਾ ਵਾਇਰਸ ਦੀ ਬਿਮਾਰੀ ਦੇ ਜਰਮ ਸਨ, ਕੀਟਾਣੂ ਹਨ ਪ੍ਰਭੂ ਯਿਸੂ ਜੀ, ਆਪਦੀ ਸ਼ਕਤੀ ਨਾਲ ਉਹਨਾਂ ਕੀਟਾਣੂਆਂ ਨੂੰ ਖਤਮ ਕਰ ਦਿਓ ਪ੍ਰਭੂ ਯਿਸੂ ਜੀ, ਔਰ ਸਾਡੇ ਭਰਾ ਨੂੰ ਤੰਦਰੁਸਤੀ, ਚੰਗਿਆਈ ਦਿਓ ਪ੍ਰਭੂ ਯਿਸੂ ਜੀ। ਪ੍ਰਭੂ ਯਿਸੂ ਜੀ ਨਾਸੀ ਤੇਰਾ ਨਾਮ ਪਵਿੱਤਰ, ਤੇਰਾ ਨਾਮ ਸ਼ੁੱਧ ਹੈ ਪ੍ਰਭੂ ਯਿਸੂ, ਤੁਸੀਂ ਸਭ ਬਿਮਾਰੀਆਂ ਨੂੰ ਦੂਰ ਕਰ ਰਹੇ ਹੋ ਪ੍ਰਭੂ ਯਿਸੂ ਜੀ। ਆਪਦੇ ਇੱਕ ਵਚਨ ਦੇ ਨਾਲ, ਆਪਦੇ ਪਿੱਤਰ ਨਾਲ ਸ਼ੁੱਧ ਨਾਲ ਹਰ ਬਿਮਾਰੀਆਂ ਤੋਂ ਸ਼ਿਫਾ ਮਿਲਦੀ ਆ, ਤੰਦਰੁਸਤੀ ਮਿਲਦੀ ਆ, ਚੰਗਿਆਈ ਮਿਲਦੀ ਆ ਪ੍ਰਭੂ ਯਿਸੂ ਜੀ। ਥੈਂਕ ਯੂ ਪ੍ਰਭੂ ਜੀ, ਥੈਂਕ ਯੂ ਜੀਸਸ, ਹਾਲੇਲੂਇਆ ਯਿਸੂ ਨਾਜ਼ੀ। ਥੈਂਕ ਯੂ ਪ੍ਰਭੂ ਜੀ, ਥੈਂਕ ਯੂ ਜੀਸਸ। ਜੇ ਸਾਡੇ ਭੈਣ ਭਰਾ ਘਰਾਂ ਵਿੱਚ ਬਿਮਾਰ ਹਨ, ਹਸਪੀਟਲ 'ਚ ਬਿਮਾਰ, ਜਿਹਨਾਂ ਭੈਣ ਭਰਾ ਨੂੰ ਸ਼ੂਗਰ ਦੀ ਬਿਮਾਰੀ, ਆਸਮਾ, ਕੈਂਸਰ, ਸੋ ਦੀਆਂ ਬਿਮਾਰੀਆਂ ਪ੍ਰਭੂ ਯਿਸੂ ਨਾਜ਼ੀ, ਪਲੀਜ਼ ਜੇ ਭੈਣ ਭਰਾ ਇਹ ਆਪਦਾ ਨਾਮ ਜਾਣਦੇ ਹਨ, ਆਪਦਾ ਵਚਨ ਪੜ੍ਹਦੇ ਸੁਣਦੇ ਹਨ ਪ੍ਰਭੂ ਯਿਸੂ ਜੀ, ਪਲੀਜ਼ ਪ੍ਰਭੂ ਯਿਸੂ ਨਾਜ਼ੀ ਆਪਦੇ ਪਿੱਤਰ ਨਾਲ ਛੂ ਕੇ ਉਹਨਾਂ ਸਭ ਨੂੰ ਤੰਦਰੁਸਤ, ਚੰਗੇ ਪ੍ਰਭੂ ਯਿਸੂ ਜੀ। ਥੈਂਕ ਯੂ ਪ੍ਰਭੂ ਜੀ, ਥੈਂਕ ਯੂ ਜੀਸਸ, ਹਾਲੇਲੂਇਆ ਯਿਸੂ ਨਾਜ਼ੀ। ਆਪਦੇ ਪਿੱਤਰ ਚ ਦਵਾ ਕਰਦੇ ਹਾਂ, ਬੇਨਤੀ ਕਰਦੇ ਹਾਂ ਆਪਣੇ ਭਰਾ ਪਾਸਟਰ ਰਵਿੰਦਰ ਸਾਹਿਬ ਪ੍ਰਭੂ ਯਿਸੂ ਜੀ, ਪਲੀਜ਼ ਪ੍ਰਭੂ ਯਿਸੂ ਜੋ ਵੀ ਉਸ ਚੀਜ਼ ਕਮਜ਼ੋਰੀ ਹੈ, ਦੁੱਖ ਤਕਲੀਫ ਤੁਸੀਂ ਜਾਣਦੇ ਹੋ, ਪਲੀਜ਼ ਪ੍ਰਭੂ ਯਿਸੂ ਉਸ ਤੇ ਰਹਿਮ ਕਰੋ, ਦਇਆ ਕਰੋ, ਕਿਰਪਾ ਕਰੋ ਯਿਸੂ ਜੀ, ਉਹਨੂੰ ਤੰਦਰੁਸਤ, ਚੰਗਾਈ ਦਿਓ ਪ੍ਰਭੂ ਯਿਸੂ ਜੀ। ਥੈਂਕ ਯੂ ਪ੍ਰਭੂ ਜੀ, ਥੈਂਕ ਯੂ ਜੀਸਸ, ਹਾਲੇਲੂਇਆ ਯਿਸੂ ਨਾਜ਼ੀ। ਅਸੀਂ ਨਰਸਾਂ ਲਈ, ਡਾਕਟਰਾਂ ਲਈ, ਹਸਪੀਟਲ 'ਚ ਕੰਮ ਕਰਨ ਵਾਲੇ ਭੈਣ ਭਰਾ ਲਈ ਦੁਆ ਕਰਦੇ ਹਾਂ, ਪਲੀਜ਼ ਮਰੀਜ਼ਾਂ ਦੀ ਦੇਖਭਾਲ ਕਰਦੇ ਹਨ, ਪਲੀਜ਼ ਇਹਨਾਂ ਦੀ ਪਵਿੱਤਰ ਆਤਮਾ ਅਗਵਾਈ ਕਰੋ, ਹਰ ਬਿਮਾਰੀ ਤੋਂ ਉਹਨਾਂ ਬਚਾ ਕਰੋ ਯਿਸੂ ਜੀ। ਜੇ ਸਾਡੇ ਭੈਣ ਭਰਾ ਪ੍ਰਚਾਰ ਕਰਦੇ ਹਨ, ਫਾਦਰ ਲੋਕ, ਸਿਸਟਰ, ਪਾਸਟਰ ਲੋਕ, ਚਰਚਾਂ ਦੇ ਲੀਡਰ ਪ੍ਰਚਾਰ ਕਰਦੇ ਹਨ, ਤੇਰੇ ਨਾਮ ਨੂੰ ਵਧਾਉਂਦੇ ਹਨ, ਫੈਲਾਉਂਦੇ ਹਨ, ਤੇਰੇ ਵਚਨ ਨੂੰ ਸ਼ੇਅਰ ਕਰਦੇ ਹਨ ਯਿਸੂ, ਉਹਨਾਂ ਸਭ ਤੇ ਰਹਿਮ ਕਰੋ, ਦਇਆ ਕਰੋ, ਹਰ ਬਿਮਾਰੀ ਤੋਂ ਉਹਨਾਂ ਬਚਾ ਕਰੋ, ਔਰ ਵੇ ਸਮੇਂ 'ਚ ਉਹਨਾਂ ਦੀ ਰਖਵਾਲੀ ਕਰੋ ਯਿਸੂ ਜੀ। ਥੈਂਕ ਯੂ ਪ੍ਰਭੂ ਜੀ, ਥੈਂਕ ਯੂ ਜੀ, ਹਾਲੇਲੂਇਆ ਯਿਸੂ ਨਾਜ਼ੀ। ਜਿਹਨਾਂ ਭੈਣ ਭਰਾਵਾਂ ਨੇ ਦੁਆਵਾਂ ਕਰਨ ਲਈ ਆਖਿਆ, ਪ੍ਰਾਰਥਨਾ ਕਰਨ ਲਈ ਯਿਸੂ ਜੀ, ਜਿਹੜੀ ਸਾਡੀਆਂ ਭੈਣਾਂ ਘਰਾਂ ਵਿੱਚ ਪਰੇਸ਼ਾਨ ਹਨ, ਕਿਸੇ ਦੁਖੀ ਕਾਰਨ ਦੇ ਨਾਲ ਯਿਸੂ ਨਾਜ਼ੀ, ਪਵਿੱਤਰ ਆਤਮਾ ਦੀ ਅਗਵਾਈ ਕਰੋ, ਹਰ ਪਰੇਸ਼ਾਨੀ ਤੋਂ ਉਹਨਾਂ ਨੂੰ ਬਚਾ ਕਰੋ ਯਿਸੂ ਜੀ। ਉਹਨਾਂ ਦੇ ਹਸਬੈਂਡ ਜਿਹੜੇ ਦੁੱਖ ਕਰਦੇ ਹਨ ਯਿਸੂ ਨਾਜ਼ੀ, ਉਹਨਾਂ ਬੁਰੀਆਂ ਆਦਤਾਂ ਤੋਂ ਉਹਨਾਂ ਨੂੰ ਬਚਾਓ ਯਿਸੂ ਜੀ, ਉਹਨਾਂ ਦੀ ਰਖਵਾਲੀ ਕਰੋ, ਚੰਗੇ ਚੰਗੇ ਸੋਚ ਵਿਚਾਰ ਦਿਓ ਯਿਸੂ ਜੀ। ਥੈਂਕ ਯੂ ਪ੍ਰਭੂ ਜੀ, ਥੈਂਕ ਯੂ ਜੀ, ਹਾਲੇਲੂਇਆ ਯਿਸੂ ਨਾਜ਼ੀ। ਤੇਰਾ ਨਾਮ ਪਵਿੱਤਰ, ਤੇਰਾ ਨਾਮ ਸ਼ੁੱਧ ਹੈ ਯਿਸੂ ਜੀ। ਥੈਂਕ ਯੂ ਜੀਸਸ, ਥੈਂਕ ਯੂ ਜੀਸਸ। ਯਿਸੂ ਜੀ ਨੇ ਸਾਡੇ ਭੈਣ ਭਰਾ ਇੰਡੀਆ ਵਿੱਚ, ਸਾਡੇ ਭੈਣ ਭਰਾ ਬਿਮਾਰ ਹੋ ਚੁੱਕੇ ਹਨ ਯਿਸੂ ਜੀ, ਪਲੀਜ਼ ਯਿਸੂ ਉਹਨਾਂ ਦੀ ਦੁਆਵਾਂ ਸੁਣੋ, ਪ੍ਰਾਰਥਨਾ ਸੁਣੋ, ਉਹਨਾਂ ਤੰਦਰੁਸਤ, ਚੰਗੇ ਯਿਸੂ ਜੀ। ਜਿਹੜੇ ਸਾਡੇ ਭੈਣ ਭਰਾ ਕੋਰੋਨਾ ਵਾਇਰਸ ਦੀ ਬਿਮਾਰੀ ਦੇ ਨਾਲ, ਜਿਹਨਾਂ ਦੀ ਰੂਹਾਂ ਤੇਰੇ ਕੋਲ
ਕੋਲ ਆ ਗਈਆਂ ਪ੍ਰਭੂ ਯਿਸੂ ਜੀ। ਪਲੀਜ਼ ਉਹਨਾਂ ਦੇ ਸਵਰਗੀ ਸ਼ਾਂਤੀ ਦਿਓ, ਉਹਨਾਂ ਦੇ ਘਰਾਂ ਨੂੰ, ਘਰ ਦੇ ਪਰਿਵਾਰਾਂ ਨੂੰ ਪ੍ਰਭੂ ਯਿਸੂ ਜੀ ਸ਼ਾਂਤੀ ਦਿਓ, ਤਸੱਲੀ ਦਿਓ, ਹੌਸਲਾ ਦਿਓ ਪ੍ਰਭੂ ਯਿਸੂ ਜੀ। ਥੈਂਕ ਯੂ ਪ੍ਰਭੂ ਜੀ, ਥੈਂਕ ਯੂ ਜੀ, ਹਾਲੇਲੂਇਆ। ਯਿਸੂ ਨਾਜ਼ੀ ਤੇਰਾ ਨਾਮ ਪਵਿੱਤਰ, ਤੇਰਾ ਨਾਮ ਸ਼ੁੱਧ ਆ ਯਿਸੂ ਜੀ। ਥੈਂਕ ਯੂ ਜੀਸਸ, ਥੈਂਕ ਯੂ ਜੀ। ਸਾਡੇ ਗਰੀਬ ਲੋੜਵੰਦ ਭੈਣ ਭਰਾ ਉਹਨਾਂ ਲਈ ਦੁਆ ਕਰਦੇ, ਪ੍ਰਾਰਥਨਾ ਕਰਦੇ ਆ, ਉਹਨਾਂ ਦੀ ਮਦਦ ਕਰਾਓ, ਸਹਾਇਤਾ ਕਰੋ ਯਿਸੂ ਜੀ। ਉਹਨਾਂ ਜ਼ਰੂਰਤਾਂ ਲੋੜਾਂ ਪੂਰਾ ਕਰਵਾਓ ਯਿਸੂ ਜੀ। ਜੇ ਸਾਡੇ ਭੈਣ ਭਰਾ ਗਰੀਬਾਂ ਦੀ ਦਾਨ ਕਰਦੇ ਯਿਸੂ ਜੀ, ਮਦਦ ਕਰਦੇ ਆ, ਸਹਾਇਤਾ ਕਰਦੇ ਯਿਸੂ, ਉਹਨਾਂ ਦੇ ਸਹਾਇਤਾ ਕਰੋ, ਮਦਦ ਕਰੋ, ਕੰਮਾਂ ਕਾਜ 'ਚ ਬਰਕਤ ਦਿਓ, ਘਰਾਂ ਵਿੱਚ ਸ਼ਾਂਤੀ ਦਿਓ, ਬੱਚਿਆਂ ਦੇ ਰਹਿਮ ਕਰੋ, ਦਇਆ ਕਰੋ ਯਿਸੂ ਜੀ। ਥੈਂਕ ਯੂ ਪਰ ਜੀ, ਥੈਂਕ ਯੂ ਜੀ, ਹਾਲੇਲੂਇਆ। ਯਿਸੂ ਨਾਜ਼ੀ ਜਿੰਨੇ ਵੀ ਅਸੀਂ ਭੈਣ ਭਰਾ ਆਪਦਾ ਵਚਨ ਪੜ੍ਹ ਰਹੇ, ਸੁਣ ਰਹੇ, ਆਪਦੇ ਵੀ ਦੁਆਵਾਂ ਕਰਦੇ, ਬੇਨਤੀ ਕਰ ਯਿਸੂ ਜੀ, ਸਾਨੂੰ ਸਭ ਭੈਣ ਭਰਾਵਾਂ ਨੂੰ ਪਵਿੱਤਰ ਆਤਮਾ ਦੀ ਸ਼ਕਤੀ ਦਿਓ ਕਿ ਅਸੀਂ ਹਰ ਸ਼ੈਤਾਨੀ ਤਾਕਤ ਨਾਲ ਟਾਕਰਾ ਕਰ ਸਕੀਏ, ਹਰ ਬਿਮਾਰੀ ਦਾ ਟਾਕਰਾ ਕਰ ਸਕੀਏ ਪਰ ਯਿਸੂ ਜੀ। ਘਰਾਂ ਵਿੱਚ ਸ਼ਾਂਤੀ ਨਹੀਂ ਯਿਸੂ ਜੀ। ਥੈਂਕ ਯੂ ਜੀਸਸ। ਉਹ ਘਰ, ਉਹ ਜਗ੍ਹਾ ਧੰਨ ਹੈ ਜਿੱਥੇ ਆਪਦਾ ਵਚਨ ਪੜ੍ਹਿਆ ਜਾਂਦਾ, ਆਪਦਾ ਨਾਮ ਲਿਆ ਜਾਂਦਾ ਯਿਸੂ ਜੀ। ਥੈਂਕ ਯੂ ਜੀਸਸ, ਥੈਂਕ ਯੂ ਜੀਸਸ, ਥੈਂਕ ਯੂ ਜੀਸਸ, ਥੈਂਕ ਯੂ ਜੀਸਸ, ਥੈਂਕ ਯੂ ਜੀਸਸ। ਆਪ ਸਵਰਗਾਂ 'ਚੋਂ ਆਪਦੇ ਪਿਤਾ ਦੇ ਸੱਜੇ ਪਾਸੇ ਬੈਠੇ ਹੋ, ਸਭ ਦੀ ਦੁਆ ਸੁਣਦੇ ਹੋ, ਸਾਡੀ ਦੁਆ ਸੁਣਨਾ ਕਬੂਲ ਕਰਨਾ, ਆਪਦੇ ਪਿੱਤਰ ਤੇ ਸ਼ੁੱਧ ਨਾਮ ਤੇ ਵਿਸ਼ਵਾਸ ਕਰਕੇ ਮੰਗਦੇ ਆ, ਆਮੀਨ। ਥੈਂਕ ਯੂ ਜੀਸਸ, ਹਾਲੇਲੂਇਆ। ਥੈਂਕ ਯੂ ਜੀਸਸ। प्रभु यीशु मसीह से सिखाई प्रार्थना ऐ साढ़े बाप जो तू आसमान ते है, तेरा नाम पाक मने जावे, तेरा जावे, तेरी मर्जी जी आसमान ते पूरी है जमीन ते पूरी होवे। साढ़े रोज़ रोटी सानू अज दे, साढ़े कसूर सानू माफ़ कर जिस तरह से अपने कसूर माफ़ करते हैं। सानू इस महस विच ना पा, सगों बुराई तो बचा, क्योंकि बादशाह कुदरत जलाल सदा ते हमेशा आपदे हन, आमीन। महामारी सारे संत ते फरिश्तियां नू स्पर्श करिए, क्योंकि ये स्वर्गां च हन। पिता परमेश्वर प्रभु यीशु दे अगे दुआ करन, प्रार्थना करन। जे साढ़े भैन भरा कोरोना वायरस की बीमारी नाल बीमार हो चुके हैं, प्लीज़ प्रभु यीशु उन्होंने सब ते रहम करे, दया करे, तंदुरुस्ती देवे, चंगाई देवे, उन्होंने तंदुरुस्ती दे के अपने घरां नू वापस भेजे। जिहड़े हॉस्पिटल दाखिल हैं, प्लीज़ उन्होंने सब ते भी रहम करे, दया करे, कृपा करे। थैंक यू प्रभु जी, थैंक यू जीसस, हालेलुया, हालेलुया। सलाम है मरियम, फजर पढ़ी हुई, खुदाबंद तेरे नाल है, तू औरतां विचों तहने नाल तहना तेरे पेट दा फल। यीशु ऐ हज़रत मरियम खुदा दी मां, असां गुनाहगारां दी दुआ कर हुण ते साडी मौत दे वेले, आमीन। बाप बेटा ते रूपा दी वडियाई होवे, जेहड़े मुढों सिन दा हमेशा होवेगी, आमीन। ऐ मेरे नेत मेहरबान यीशु, साडे गुनाह सानू माफ़ कर, नेक दी तो सानू बचा, सब रूहां नू स्वर्ग वल खिच ले, खास करके ते रहमत दे बहुत लोड़वंद हन, आमीन, आमीन। थैंक यू जीसस, थैंक यू जीसस, हालेलुया, थैंक यू जीसस। God bless you all। प्रभु यीशु मसीह ਦੀ ਕਿਰਪਾ, ਦਇਆ ਤੇ ਸ਼ਾਂਤੀ ਸਾਡੇ ਸਭ ਭੈਣ ਭਰਾਵਾਂ ਦੇ ਨਾਲ ਹੋਵੇ। ਬਾਪ ਬੇਟਾ ਤੇ ਰੂਪ ਨਾਮ ਤੇ, ਆਮੀਨ।